स्टूडेंट्स वेलकम टू आवर YouTube चैनल स्टडी अड्डा 0208 ਜਿਵੇਂ ਕਿ ਆਪਾਂ ਕੱਲ ਪ੍ਰੋਬੇਬਿਲਿਟੀ ਚੈਪਟਰ ਸ਼ੁਰੂ ਕੀਤਾ ਸੀ ETT ਕੈਡਰ ਪੇਪਰ 2 ਦੀ ਪ੍ਰੈਪਰੇਸ਼ਨ ਦੇ ਲਈ ਅੱਜ ਅਸੀਂ ਉਸ ਦਾ ਦੂਸਰਾ ਜੋ ਡੇ ਹੈ ਲੈ ਕੇ ਆਏ ਆ ਦੂਸਰੇ ਦਿਨ ਦੇ ਵਿੱਚ ਅੱਜ ਅਸੀਂ ਕੁਝ ਜ਼ਰੂਰੀ ਟੌਪਿਕਸ ਡਿਸਕਸ ਕਰਨੇ ਹਨ ਕੱਲ ਅਸੀਂ ਬੇਸਿਕ ਸਮਝ ਲਏ ਸੀ ਕਿ ਪ੍ਰੋਬੇਬਿਲਿਟੀ ਹੈ ਕਿ ਉਸ ਨੂੰ ਫਾਈਂਡ ਕਿਵੇਂ ਕਰਨਾ ਹੈ ਅਨੁਕੂਲ परिणाम ਕੀ ਹਨ ਅਤੇ ਪ੍ਰਤੀਕੂਲ परिणाम ਕੀ ਹਨ ਉਸ ਦਾ ਫਾਰਮੂਲਾ ਸੀ ਅਨੁਕੂਲ बटा कुल परिणाम ठीक है ये इसी प्रोबेबिलिटी का फार्मूला क्लियर है तो आज ਅਸੀਂ ਇਸ ਦੇ ਕੁਝ ਜ਼ਰੂਰੀ ਟੌਪਿਕਸ ਡਿਸਕਸ ਕਰ ਰਹੇ ਨੇ ਕੁਝ ਜ਼ਰੂਰੀ ਕੁਐਸਚਨਸ ਡਿਸਕਸ ਕਰ ਰਹੇ ਨੇ ਜੋ ਕਿ ਐਗਜ਼ਾਮ ਲੈਵਲ ਦੇ ਹੋਣਗੇ ਤੁਹਾਨੂੰ ਐਗਜ਼ਾਮ ਵਿੱਚ ਵੀ ਮਿਲ ਸਕਦੇ ਹਨ ਤਾਂ ਅੱਜ ਦਾ ਸਾਡਾ ਟੌਪਿਕ ਰਹੇਗਾ ਸੈਂਪਲ ਸਪੇਸ ਕੀ ਹੈ ਸੈਂਪਲ ਸਪੇਸ ਨੂੰ ਅਸੀਂ ਸਭ ਤੋਂ ਪਹਿਲੇ ਸਮਝਾਂਗੇ ਸੈਂਪਲ ਸਪੇਸ ਇੱਕ ਸੈੱਟ ਹੈ ਇੱਕ ਸਮੂਹ ਹੈ ਜਿਸ ਨੂੰ ਅਸੀਂ ਕਰਲੀ ਬ੍ਰੈਕਟਸ ਵਿੱਚ ਲਿਖਦੇ ਹਾਂ ਕਿਸ ਲਿਖਦੇ ਹਾਂ ਕਰਲੀ ਬ੍ਰੈਕਟਸ ਵਿੱਚ ਅਸੀਂ ਇਸ ਨੂੰ ਲਿਖਦੇ ਹਾਂ ਇਹਦੇ ਅੰਦਰ ਮਿਲੇਗਾ ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਕਿਸੇ ਵੀ ਚੀਜ਼ ਦੀ ਆਊਟਕਮ ਜਿਵੇਂ ਮੰਨ ਲਓ ਇੱਕ ਕੁਆਇਨ ਨੂੰ ਟੌਸ ਕੀਤਾ ਸਾਨੂੰ ਉਸ ਤੋਂ ਕੀ ਮਿਲ ਸਕਦਾ ਹੈ ਇੱਕ ਹੈਡ ਮਿਲ ਸਕਦਾ ਹੈ ਜਾਂ ਇੱਕ ਟੇਲ ਮਿਲ ਸਕਦਾ ਹੈ ਅਸੀਂ ਦੋਨਾਂ ਨੂੰ ਇੱਕ ਸੈੱਟ ਦੇ ਵਿੱਚ ਲਿਖ ਲਿਆ ਇੱਕ ਕਰਲੀ ਬ੍ਰੈਕਟਸ ਵਿੱਚ ਲਿਖ ਲਿਆ ਠੀਕ ਹੈ ਤਾਂ ਇਹ ਸਾਡਾ ਸੈਂਪਲ ਸਪੇਸ ਹੈ ਇੱਕ ਕੁਆਇਨ ਦਾ ਠੀਕ ਹੈ ਇੱਕ ਡਾਈਸ ਨੂੰ ਅਸੀਂ ਜੇ ਥਰੋ ਕਰੀਏ ਸਾਨੂੰ ਕੀ ਮਿਲ ਸਕਦਾ ਹੈ हो सकता है एक आए हो सकता है दो हो सकता है 3 4 5 या 6 ਅਸੀਂ ਉਸ ਨੂੰ ਇੱਕ ਸੈੱਟ ਦੇ ਵਿੱਚ ਲਿਖ ਲਿਆ ਤਾਂ ਇਹ ਕੀ ਹੈ ਇੱਕ ਡਾਈਸ ਦਾ ਸੈਂਪਲ ਸਪੇਸ ਹੈ ਅਸੀਂ ਦੋ ਕੁਆਇਨਸ ਨੂੰ ਟੌਸ ਕੀਤਾ ਹੋ ਸਕਦਾ ਹੈ ਪਹਿਲੇ ਤੇ ਵੀ ਹੈਡ ਆਏ ਦੂਸਰੇ ਤੇ ਵੀ ਹੈਡ ਆਏ ਠੀਕ ਹੈ ਪੋਸੀਬਲ ਹੈ ਕਿ ਪਹਿਲੇ ਤੇ ਹੈਡ ਆਏ ਤੇ ਦੂਜੇ ਤੇ ਟੇਲ ਆਏ ਇਹ ਵੀ ਪੋਸੀਬਲ ਹੈ ਕਿ ਪਹਿਲੇ ਤੇ ਟੇਲ ਆਏ ਦੂਜੇ ਤੇ ਹੈਡਸ ਆਏ ਇਹ ਵੀ ਪੋਸੀਬਲ ਹੈ ਕਿ ਦੂਜੇ ਤੇ ਵੀ ਟੇਲ ਆਏ ਪਹਿਲੇ ਤੇ ਵੀ ਟੇਲਸ ਆਏ ਤਾਂ ਇਹ ਦੋ ਪੁਆਇੰਟਸ ਦਾ ਸੈਂਪਲ ਸਪੇਸ ਹੈ ਕਲੀਅਰ ਹੈ ਹੁਣ ਇੱਕ ਚੀਜ਼ ਸਮਝਣ ਵਾਲੀ ਹੈ ਕਿ ਇਹਦੇ ਵਿਚਕਾਰ ਦੋ ਐਲੀਮੈਂਟ ਨੇ ਇਹਦੇ ਵਿੱਚ 6 ਇਹਦੇ ਵਿੱਚ 4 ਤਾਂ ਕਿਤੇ ਸਾਡੇ ਕੋਲੋਂ ਕੋਈ ਕੇਸ ਰਹਿ ਗਿਆ ਅਸੀਂ ਨਾ ਲਿਖ ਸਕੇ ਤਾਂ ਸਾਡਾ ਕੁਐਸਚਨ ਗਲਤ ਹੋ ਜਾਏਗਾ ਉਸ ਨੂੰ ਅਸੀਂ ਕਿਵੇਂ ਦੇਖਣਾ ਹੈ ਕਿ ਸਾਡਾ ਜੋ ਕੁਐਸਚਨ ਹੈ ਉਹ ਸਹੀ ਹੈ ਜਾਂ ਗਲਤ ਹੈ ਸੈਂਪਲ ਸਪੇਸ ਦੇ ਜੋ ਐਲੀਮੈਂਟਸ ਨੇ ਉਹ ਕਿਵੇਂ ਅਸੀਂ ਫਾਈਂਡ ਕਰ ਸਕਦੇ ਹਾਂ elements of sample space ਕਿਸੇ ਵੀ ਕੁਆਇਨ ਨੂੰ ਟੌਸ ਕਰੀਏ ਇੱਕ ਕੁਆਇਨ ਤੋਂ ਸਾਨੂੰ ਦੋ ਕੇਸ ਮਿਲਦੇ ਨੇ ਹੈਡ ਤੇ ਟੇਲ ਹੁਣ ਇਸ ਦੀ ਪਾਵਰ ਲਿਖੋ ਜਿੰਨੇ ਕੁਆਇਨਸ ਨੂੰ ਟੌਸ ਕੀਤਾ ਹੈ ਦੋ ਕੁਆਇਨਸ ਨੂੰ ਟੌਸ ਕੀਤਾ ਹੈ ਤਾਂ 2 ਬਰਾਬਰ 4 ਇਹ ਨੇ ਦੋ ਕੁਆਇਨਸ ਨੂੰ ਟੌਸ ਕਰਨ ਦੇ ਐਲੀਮੈਂਟ 4 ਮਤਲਬ ਸਾਡਾ ਇਹ ਸਹੀ ਹੈ ਇੱਕ ਡਾਈਸ ਨੂੰ ਜੇ ਅਸੀਂ ਥਰੋ ਕਰੀਏ ਇੱਕ ਪਾਸੇ ਨੂੰ ਥਰੋ ਕਰੀਏ ਸਾਨੂੰ 6 ਟੋਟਲ ਜੋ ਮਿਲਦੇ ਨੇ ਕੇਸ ਮਿਲਦੇ ਨੇ 1 ਤੋਂ ਲੈ ਕੇ 6 ਤੱਕ ਜੇ ਦੋ ਪੁਆਇੰਟਸ ਨੂੰ ਟੌਸ ਕੀਤਾ ਦੋ ਡਾਈਸ ਨੂੰ ਜੇ ਟੌਸ ਕੀਤਾ ਤਾਂ 6 ਦੀ ਪਾਵਰ 2 ਕਰ ਦੇਾਂਗੇ ਟੋਟਲ 36 ਕੇਸ ਸਾਨੂੰ ਮਿਲਣਗੇ ਇਹ ਹੈ ਇਸ ਦਾ ਜੋ ਅਸੀਂ ਸੋਲੂਸ਼ਨ ਦੇਖ ਸਕਦੇ ਹਾਂ ਕਿ ਸਾਡਾ ਸੈਂਪਲ ਸਪੇਸ ਸਹੀ ਬਣਿਆ ਹੈ ਜਾਂ ਸਾਡਾ ਸੈਂਪਲ ਸਪੇਸ ਗਲਤ ਬਣਿਆ ਹੈ ਕਲੀਅਰ ਹੈ ਤਾਂ ਇਹ ਜ਼ਰੂਰੀ ਸੀ ਕਰਨਾ ਇਸ ਲਈ ਮੈਂ ਇਸ ਨੂੰ ਰੱਬ ਕਰ ਰਿਹਾ ਉਸ ਚੀਜ਼ ਦਾ ਸਕਰੀਨਸ਼ਾਟ ਲੈ ਲਓ ਇਸ ਤੋਂ ਬਾਅਦ ਅਸੀਂ ਇਹ ਡਿਸਕਸ ਕਰਨਾ ਹੈ ਕਿ ਜੇ ਅਸੀਂ ਦੋ ਡਾਈਸ ਨੂੰ ਥਰੋ ਕਰੀਏ ਸਾਨੂੰ ਕੀ ਮਿਲ ਸਕਦਾ ਹੈ ਜੇ ਅਸੀਂ ਦੋ ਡਾਈਸ ਨੂੰ ਥਰੋ ਕਰੀਏ ਹੋ ਸਕਦਾ ਹੈ ਪਹਿਲੇ ਤੇ 1 ਆਏ ਦੂਸਰੇ ਤੇ ਵੀ 1 ਆਏ ਪੋਸੀਬਲ ਹੈ ਪਹਿਲੇ ਤੇ 1 ਆਏ ਦੂਸਰੇ ਤੇ 2 ਆਏ ਐਸੇ ਤਰ੍ਹਾਂ ਪਹਿਲੀ ਜੋ ਪੂਰੀ ਲਾਈਨ ਹੈ ਪਹਿਲੇ ਤੇ 1 ਹੈ ਦੂਜਿਆਂ ਨੂੰ ਅਸੀਂ ਸ਼ਫਲ ਕਰ ਰਹੇ ਹਾਂ ਇਹਦੇ ਚ ਅਸੀਂ ਪਹਿਲੇ ਵਾਲੇ ਡਾਈਸ ਤੇ 2 ਫਿਕਸ ਕੀਤਾ ਬਾਕੀਆਂ ਤੇ 1 ਤੋਂ ਲੈ ਕੇ 6 ਤੱਕ ਇਸ ਤਰ੍ਹਾਂ 3 4 5 ਤੇ 6 ਇਹ ਟੋਟਲ ਕੇसेस ਨੇ ਜੋ ਸਾਨੂੰ ਮਿਲਣਗੇ ਜੇ ਅਸੀਂ ਦੋ ਡਾਈਸ ਨੂੰ ਥਰੋ ਕਰਾਂਗੇ ਜੋ ਪੋਸੀਬਲ ਨੇ ਉਹ ਇਹ ਸਭ ਕੁਝ ਨੇ ਇਸ ਤੋਂ ਇਲਾਵਾ ਹੋਰ ਕੋਈ ਵੀ ਕੇਸ ਨਹੀਂ ਹੈ ਜੋ ਮਿਲ ਸਕਦਾ ਹੈ ਦੋ ਡਾਈਸ ਨੂੰ ਥਰੋ ਕਰਨ ਤੇ ਤਾਂ ਇਹ ਜੋ ਹੈ ਦੋ ਡਾਈਸ ਦਾ ਸੈਂਪਲ ਸਪੇਸ ਕਲੀਅਰ ਹਮੇਸ਼ਾ ਸੈਂਪਲ ਸਪੇਸ ਦੇ ਜੋ ਐਲੀਮੈਂਟਸ ਨੇ ਉਹ ਟੋਟਲ ਐਲੀਮੈਂਟਸ ਹੁੰਦੇ ਨੇ ਇਹ ਤੁਸੀਂ ਯਾਦ ਰੱਖਣਾ ਹੈ 99% ਕੁਐਸਚਨਸ ਦੇ ਵਿੱਚ ਜੋ ਅਸੀਂ ETT ਕੈਡਰ ਦੇ ਲੈਵਲ 'ਚ ਕਰਨੇ ਨੇ ठीक है तो ਸਾਡੇ ਕੋਲ ਇੱਕ ਕੁਐਸਚਨ ਹੈ ਦੋ ਡਾਈਸ ਨੂੰ ਇਕੱਠਾ ਸੁੱਟਿਆ ਜਾਂਦਾ ਹੈ two dice are thrown simultaneously ਠੀਕ ਹੈ ਸੰਭਾਵਨਾ ਪਤਾ ਕਰੋ ਕਿ ਦੋਨਾਂ ਸੰਖਿਆਵਾਂ ਦਾ ਜੋੜ ਜਿਹੜੀਆਂ ਦੋ ਸੰਖਿਆਵਾਂ ਉਹਦੇ ਉੱਪਰ ਸਾਨੂੰ ਮਿਲੀਆਂ ਉਹਨਾਂ ਦਾ ਜੋੜ 11 ਹੋਵੇ 12 ਹੋਵੇ ਜਾਂ 8 ਹੋਵੇ ਤਿੰਨ ਕੁਐਸਚਨਸ ਨੇ ਅਸੀਂ ਵਾਰੀ-ਵਾਰੀ ਸੋਲਵ ਕਰਾਂਗੇ ਠੀਕ ਹੈ ਦੇਖੋ ਸਭ ਤੋਂ ਪਹਿਲਾ ਕੀ ਕੁਐਸਚਨ ਹੈ ਸੋਲੂਸ਼ਨ ਫਸਟ ਦਾ प्रोबेबिलिटी फाइंड करनी है कि जो सम है वो 11 होए 11 सम होने दे कितने केस होंदे विच ने देखो
ਵੱਡੇ ਤੋਂ ਵੱਡਾ ਨੰਬਰ 6 ਮਿਲ ਸਕਦਾ ਹੈ, ਠੀਕ ਹੈ। ਜੇ ਵੱਡੇ ਤੋਂ ਵੱਡਾ ਨੰਬਰ 6 ਮਿਲ ਸਕਦਾ ਹੈ ਤਾਂ ਦੂਜਾ ਨੰਬਰ 5 ਹੋਣਾ ਚਾਹੀਦਾ ਹੈ। ਇੱਕ 5 ਹੈ ਤਾਂ ਦੂਜਾ 6 ਹੋਣਾ ਚਾਹੀਦਾ ਹੈ। 6 ਤੋਂ ਵੱਡਾ ਨੰਬਰ ਸਾਨੂੰ ਨਹੀਂ ਮਿਲ ਸਕਦਾ, ਇਹ ਸਾਨੂੰ ਪਤਾ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਐਵੇਂ ਦੀਆਂ ਟਰਮਸ ਨੇ। ਪਹਿਲੀ ਵਾਲੀ ਲਾਈਨ 'ਚ ਕੋਈ ਵੀ ਐਵੇਂ ਦੇ ਦੋ ਨੰਬਰ ਨਹੀਂ ਮਿਲਣਗੇ ਜਿਨ੍ਹਾਂ ਦਾ ਜੋ ਸਮ ਹੈ ਉਹ ਸਾਨੂੰ 11 ਬਣੇ। 1 ਤੇ 1 2 ਹੈ, 1 ਤੇ 2 3 ਹੈ, 1 3 4 ਹੈ, 1 6 7 है। ਇਹਦੇ 'ਚ 2 6 8 है, 3 6 9 है, 4 6 10 है। ਇੱਥੋਂ ਤੱਕ ਕੋਈ ਕੇਸ ਨਹੀਂ ਹੈ। 5 6 11 ਹੈ ਤੇ 6 5 ਵੀ 11 ਹੈ। ਤਾਂ ਇਹੀ ਦੋ ਕੇਸ ਨੇ ਜਿਹੜੇ ਕਿ ਪੋਸੀਬਲ ਨੇ, ਸਾਡੇ ਫੇਵਰੇਬਲ ਕੇਸ ਨੇ, ਠੀਕ ਹੈ। ਤਾਂ ਸਾਡਾ ਜੋ ਆंसर की सी अनुकूल परिणाम बटा कुल परिणाम, मतलब फेवरेबल केसेस ओवर टोटल केसेस। फेवरेबल केसेस दो ने, टोटल केसेस 36 ने, तो साडा आंसर आएगा 1/18। ठीक है स्टूडेंट्स। ये साडा इसका पहला क्वेश्चन सी। दूसरा क्वेश्चन देखो कि दूसरा है जो सम है वो जो है 12 होए, सम की होए 12 होए, सम 12 ਹੋਏ। ਸਾਨੂੰ ਪਤਾ ਹੈ ਵੱਡੇ ਤੋਂ ਵੱਡਾ ਨੰਬਰ 6 ਮਿਲ ਸਕਦਾ ਹੈ। ਜੇ ਅਸੀਂ 6 ਤੋਂ ਕੋਈ ਛੋਟਾ ਨੰਬਰ ਲਈਏ, ਮੰਨ ਲਓ 5 ਲੈ ਲਈਏ ਇੱਕ ਡਾਈਸ ਤੇ, ਤਾਂ ਦੂਜੇ ਡਾਈਸ ਤੇ 7 ਆਣਾ ਚਾਹੀਦਾ, ਜੋ ਕਿ ਪੋਸੀਬਲ ਨਹੀਂ ਹੈ। ਤਾਂ ਇਸ ਪੂਰੇ ਸੈਂਪਲ ਸਪੇਸ 'ਚ ਕੇਵਲ ਇੱਕ ਐਲੀਮੈਂਟ ਹੈ 6 and 6, ਜਿਨ੍ਹਾਂ ਦਾ ਜੋ ਸਮ ਹੈ ਉਹ 12 ਬਣ ਰਿਹਾ, ਹੋਰ ਕਿਸੇ ਦਾ ਵੀ ਨਹੀਂ ਬਣ ਰਿਹਾ। ਇਸ ਦੇ ਫੇਵਰੇਬਲ ਕੇਸ ਇੱਕ ਹੀ ਹੈ 6 and 6। फेवरेबल केस 1 ओवर टोटल केस 36, ऐसा सारा आंसर बनेगा 1/36। स्टूडेंट्स क्लियर है, बिल्कुल इजी सी। हुन साडा नेक्स्ट क्वेश्चन है प्रोबेबिलिटी की है, सम जो है वो 8 होए, सम की है 8 होए। तो 8 सम होंगे कितने चांस ने इसके अंदर देखो 1 1 2 1 2 3 इस तरह ਨਾਲ ਚਲਦੇ ਜਾਵਾਂਗੇ, ਲਾਸਟ ਤੱਕ 7 ਸਮ ਬਣ ਰਿਹਾ 1 6। मतलब पहली लाइन 'ਚ ਕੋਈ ਵੀ ਐਵੇਂ ਦਾ एलिमेंट नहीं है जिस दियां जो नंबर्स का सम है वो 8 होए, ठीक है। ਇਹਦੇ ਦੇਖੋ 2 1 2 2 2 3 2 4 2 5 7 2 6 8, ਇੱਕ ਕੇਸ ਸਾਨੂੰ ਇਹਦੇ ਚ ਮਿਲ ਗਿਆ 2 6 8। ਲਓ ਠੀਕ ਹੈ। ਉਸੇ ਤਰ੍ਹਾਂ ਦੂਸਰੇ ਚ ਚੱਲਾਂਗੇ ਕਿ ਇੱਕ ਸਾਈਡ ਤੇ ਸਾਨੂੰ 3 ਹੈ, ਸਾਨੂੰ ਸਮ 8 ਚਾਹੀਦਾ, ਤਾਂ ਦੂਜੇ ਤੇ 5 ਹੋਣਾ ਚਾਹੀਦਾ ਹੈ, ਤਾਂ ਉਹ ਸਾਡਾ ਬਣੇਗਾ 3 5, ਜੋ ਕਿ ਆ ਵਾਲਾ ਹੈ 3 5। ਉਸੇ ਤਰ੍ਹਾਂ ਹੀ ਨੀਚੇ ਵਾਲੇ 'ਚ ਇੱਕ ਸਾਈਡ ਤੇ 4 ਨੂੰ ਅਸੀਂ ਫਿਕਸ ਕੀਤਾ ਹੈ, ਤਾਂ ਦੂਜੀ ਸਾਈਡ ਤੇ ਵੀ ਸਾਨੂੰ 4 ਹੀ ਚਾਹੀਦਾ ਹੋਏਗਾ। ਜੇ ਅਸੀਂ 8 ਸਮ ਚਾਹੀਦਾ ਹੈ ਤਾਂ ਇਹ ਬਣੇਗਾ 4 and 4, ਠੀਕ ਹੈ। ਜੇ ਇੱਕ ਸਾਈਡ ਤੇ 5 ਨੂੰ ਫਿਕਸ ਕਰੀਏ ਤਾਂ ਦੂਜੀ ਸਾਈਡ ਤੇ 3 ਚਾਹੀਦਾ ਹੈ, ਤਾਂ ਇਹ ਬਣੇਗਾ 5, 3। ਨੈਕਸਟ ਹੈ ਇੱਕ ਸਾਈਡ ਤੇ 6, ਤਾਂ ਦੂਜੀ ਸਾਈਡ ਤੇ ਸਾਨੂੰ 2 ਚਾਹੀਦਾ ਹੈ 6, 2। ਤਾਂ ਸਾਡੇ ਇਹ 5 ਕੇਸ ਨੇ ਜਿਨ੍ਹਾਂ ਦੇ ਵਿੱਚ ਜੋ ਸਮ ਹੈ ਉਹ 8 ਬਣ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਕੇਸ ਉਸ ਦੇ ਅੰਦਰ ਨਹੀਂ ਹੈ ਕਿ ਦੋਨਾਂ ਦਾ ਸਮ 8 ਬਣੇ। ਤਾਂ ਸਾਡੇ ਜੋ ਫੇਵਰੇਬਲ ਕੇसेस ਨੇ ਉਹ 5 ਨੇ, ਟੋਟਲ ਕੇसेस ਜੋ ਨੇ 36 ਨੇ। ਤਾਂ ਇਹ ਸਾਡਾ ਕੁਐਸਚਨ ਹੋ ਗਿਆ, ਪਹਿਲਾ ਕੁਐਸਚਨ ਜੋ ਕਿ ਐਗਜ਼ਾਮ ਲੈਵਲ ਦਾ ਹੈ, ਤੁਹਾਨੂੰ ਮਿਲ ਸਕਦਾ ਹੈ, ਜੋ ਕਿ ਤੁਸੀਂ ਮੂੰਹ ਜ਼ਬਾਨੀ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਠੀਕ ਹੈ स्टूडेंट्स, इजी सी। चलो इसका स्क्रीनशॉट ले लो, मैं रब करके इस तो बाद नेक्स्ट क्वेश्चन लेना, ठीक है। चलो क्वेश्चन है, ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ, ਇੱਕ ਪਾਸੇ ਨੂੰ ਜਾਂ ਅਸੀਂ ਬੋਲ ਦਿੰਦੇ ਹਾਂ ਡਾਈਸ, ਇੱਕ ਡਾਈਸ ਨੂੰ ਸੁੱਟਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ कि प्राप्त हुई संख्या पहला है अभाज है, अभाज मतलब प्राइम नंबर है। दूसरा है कि टांक संख्या है, टांक मतलब वो ऑड नंबर है। तीसरा है कि वो 2 ਤੋਂ 6 ਦੇ ਵਿਚਕਾਰ ਹੈ, 2 ਤੋਂ 6 ਦੇ ਵਿਚਕਾਰ ਹੈ।
ठीक है स्टूडेंट्स, देखो इस क्वेश्चन में देखो क्वेश्चन की है कि एक डाइस ਨੂੰ ਉਹਨਾਂ ਨੇ ਥਰੋ ਕੀਤਾ ਤਾਂ ਉਹ ਕਹਿ ਰਹੇ ਨੇ ਜੋ ਨੰਬਰ ਮਿਲਿਆ ਉਸ ਦੀ ਸੰਭਾਵਨਾ ਦੱਸੋ ਕਿ ਉਹ ਨੰਬਰ ਪ੍ਰਾਈਮ ਹੋਏ ਜਾਂ ਨੰਬਰ ਔਡ ਹੋਏ, ਉਹ ਨੰਬਰ 2 ਤੋਂ 6 ਦੇ ਵਿਚਕਾਰ ਹੋਏ। ਤਿੰਨ ਪਾਰਟਸ ਨੇ, ਤਿੰਨੋਂ ਨੂੰ ਅਲੱਗ-ਅਲੱਗ ਸੋਲਵ ਕਰਾਂਗੇ। ਸਭ ਤੋਂ ਪਹਿਲੇ ਇੱਕ ਕੁਆਇਨ ਇੱਕ ਡਾਈਸ ਨੂੰ ਜੇ ਥਰੋ ਕਰਾਂਗੇ ਤਾਂ ਉਸਦਾ ਸੈਂਪਲ ਸਪੇਸ ਕੀ ਬਣੇਗਾ, ਹੋ ਸਕਦਾ ਹੈ 1i 2 3 4 5 ਐਂਡ 6। ਟੋਟਲ ਕੇसेस ਸਾਡੇ ਕੋਲ 6 ਨੇ, ਇਹ ਸਾਡੇ ਕੋਲ ਟੋਟਲ ਕੇसेस ਦਾ ਸੈੱਟ ਹੈ। ਕਲੀਅਰ ਹੈ? ਤਾਂ ਅਸੀਂ ਪਹਿਲਾ ਪਾਰਟ ਸੋਲਵ ਕਰਾਂਗੇ ਕਿ ਉਹ ਜੋ ਸੰਖਿਆ ਹੈ ਅਪਾਜ ਹੋਏ ਜਾਂ ਪ੍ਰਾਈਮ ਜਿਸ ਨੂੰ ਅਸੀਂ ਬੋਲਦੇ ਹਾਂ। ਠੀਕ ਹੈ, ਤਾਂ ਅਸੀਂ ਪ੍ਰੋਬੇਬਿਲਿਟੀ ਲੈ ਰਹੇ ਹਾਂ ਪ੍ਰਾਈਮ ਨੰਬਰ ਦੀ। ਪ੍ਰੋਬੇਬਿਲਿਟੀ ਨੂੰ ਅਸੀਂ p ਚ ਲਿਖਦੇ ਹਾਂ, ਸੰਭਾਵਨਾ ਲੈਣੀ ਹੈ ਪ੍ਰਾਈਮ ਨੰਬਰ ਦੀ। ਕੀ ਆਏਗੀ ਦੇਖੋ, ਹੁਣ ਪਹਿਲਾਂ ਇਹ ਦੇਖੋ ਵੀ ਅਨੁਕੂਲ ਕੇਸ ਮਤਲਬ ਐਸ ਸੈਂਪਲ ਸਪੇਸ ਦੇ ਅੰਦਰ ਕਿੰਨੇ ਐਵੇਂ ਦੇ ਨੰਬਰਸ ਨੇ ਜੋ ਪ੍ਰਾਈਮ ਨੇ, ਜੋ ਅਭਾਜ ਨੇ। ਅਭਾਜ ਮਤਲਬ ਜੋ ਕਿਸੇ ਵੀ ਨੰਬਰ ਨਾਲ ਡਿਵਾਈਡ ਨਹੀਂ ਹੁੰਦੇ। ਇਹ ਨੇ ਇੱਕ 2 ਹੈ, ਇੱਕ 3 ਹੈ, ਇੱਕ 5 ਹੈ। ਆ ਜੋ ਤਿੰਨ ਐਲੀਮੈਂਟਸ ਨੇ ਇਹ ਸਾਡੇ ਕੋਲ ਪ੍ਰਾਈਮ ਨੰਬਰਸ ਨੇ, ਜਾਂ ਅਸੀਂ ਇਹਨਾਂ ਨੂੰ ਅਨੁਕੂਲ ਕੇਸ ਵੀ ਕਹਿ ਸਕਦੇ ਹਾਂ, ਫੇਵਰੇਬਲ ਕੇਸ ਕਹਿ ਸਕਦੇ ਹਾਂ। ਤਾਂ ਇਹਦੇ ਵਿੱਚ ਅਨੁਕੂਲ ਕੇਸ 3 ਨੇ, ਟੋਟਲ ਕੇਸ ਸਾਡੇ ਕੋਲ 6 ਨੇ ਹਮੇਸ਼ਾ ਤਰ੍ਹਾਂ ਦਾ। ਇਹ ਬਣ ਜਾਏਗਾ 1/2। ठीक है स्टूडेंट्स, प्रोबेबिलिटी ऑफ प्राइम नंबर की है 1/2। दूसरा देखो क्वेश्चन की है टांक संख्या मिले कि जदों एक डाइस ਨੂੰ ਥਰੋ ਕਰੀਏ ਤਾਂ टांक संख्या मतलब ऑड नंबर ਸਾਨੂੰ ਮਿਲੇ, ਉਸ ਦੀ ਸੰਭਾਵਨਾ ਪਤਾ ਕਰਨੀ ਹੈ ਕੀ ਹੈ। ਦੇਖੋ ਹੁਣ ਫੇਵਰੇਬਲ ਕੇਸ ਅਸੀਂ ਨਿਕਾਲਾਂਗੇ। ਫੇਵਰੇਬਲ ਕੇਸ ਕਿਵੇਂ ਮਿਲਣਗੇ? ਫੇਵਰੇਬਲ ਕੇਸ ਕੀ ਹੈ, ਸੈਂਪਲ ਸਪੇਸ ਦੇ ਅੰਦਰੋਂ ਜੋ ਸਾਨੂੰ ਚਾਹੀਦਾ ਹੈ ਉਹ ਉਠਾ ਲਓ। ਕਿੰਨੇ हो सकता है 1 होए, हो सकता है 3 होए, हो सकता है 5 होए। यही फेवरेबल केस ने, ऑड नंबर्स यही ने टांक संख्यावां जिन्हां ਨੂੰ ਅਸੀਂ ਬੋਲਦੇ ਹਾਂ। फेवरेबल केस फिर तो 3 ने, टोटल केस 6 ने, ਤਾਂ ਇਹ ਵੀ 1/2 ਹੋ ਜਾਏਗਾ। ਕਲੀਅਰ ਹੈ स्टूडेंट्स? ठीक है, फेवरेबल केस ਕਿਵੇਂ ਅਸੀਂ ਪਿਕ ਕਰ ਰਹੇ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ, ਬਿਲਕੁਲ ਈਜ਼ੀ ਸੀ। ਇਸ ਨੂੰ ਮੈਂ ਰਬ ਕਰ ਰਿਹਾ, ਤੀਸਰਾ ਪਾਰਟ ਅਸੀਂ ਫਿਰ ਸੋਲਵ ਕਰਦੇ ਹਾਂ। ਠੀਕ ਹੈ, ਇਸ ਦਾ ਸਕਰੀਨਸ਼ਾਟ ਲੈ ਲਓ। ਚਲੋ नेक्स्ट पार्ट भी इजी है की है कि जो संख्या प्राप्त होए वो 2 तो 6 ਦੇ ਵਿਚਕਾਰ ਹੋਏ। ਜੋ ਸੰਖਿਆ ਪ੍ਰਾਪਤ ਹੋਏ ਉਹ 2 ਤੋਂ 6 ਦੇ ਵਿਚਕਾਰ ਹੋਏ। between 2 and 6, between 2 and 6, 2 and 6 ਦੇ ਵਿਚਕਾਰ मतलब 2 ਅਤੇ 6 ਨੂੰ ਕਾਊਂਟ ਨਹੀਂ ਕਰਨਾ ਹੈ, ਸਿਰਫ 2 ਅਤੇ 6 ਦੇ ਵਿਚਕਾਰ ਜੋ ਸੰਖਿਆਵਾਂ ਨੇ मतलब 3 है 4 है ਤੇ 5 ਹੈ, ਇਹਨਾਂ ਸੰਖਿਆਵਾਂ ਨੂੰ ਸਿਰਫ ਲੈਣਾ ਹੈ ਤੇ ਇਹਨਾਂ ਦੀ ਸੰਭਾਵਨਾ ਦੱਸਣੀ ਹੈ ਕੀ ਹੋਏਗੀ। ਪ੍ਰੋਬੇਬਿਲਿਟੀ ਹੈ 2 to 6, between 2 to 6, between 2 to 6। ਤਾਂ ਇਹ ਸਾਡੇ ਕੋਲ ਫੇਵਰੇਬਲ ਕੇਸ ਫਿਰ ਤੋਂ ਕਿੰਨੇ ਨੇ? 3 ਹੀ ਹਨ, ਟੋਟਲ ਕੇਸ 6 ਨੇ। ਇਸ ਦਾ ਵੀ ਜੋ ਆਨਸਰ ਹੈ 1/2 ਹੋ ਜਾਏਗਾ। स्टूडेंट्स क्लियर है? बिल्कुल इजी क्वेश्चन सी, ये वाला पूरा क्वेश्चन आसान सी, इंपॉर्टेंट भी बहुत है। ठीक है, तो चलो मैं इसको रब कर रहा हां, इसके बाद ਅਸੀਂ नेक्स्ट क्वेश्चन देखते हैं। चलिए ਅਸੀਂ ਦੋ ਡਾਈਸ ਨੂੰ ਵੀ ਥਰੋ ਕਰਕੇ ਜੋ ਉਸ ਦੇ ਕੇसेस ਨੇ ਡਿਸਕਸ ਕਰ ਲਏ। ਹੁਣ ਅਸੀਂ ਦੋ ਪੁਆਇੰਟਸ ਵਾਲੇ ਕੁਝ ਕੇਸ ਡਿਸਕਸ ਕਰਾਂਗੇ। ਅੱਜ ਦਾ ਲਾਸਟ ਕੁਐਸਚਨ ਹੈ जो कल वाला साडा डे होएगा उस दे अंदर ਅਸੀਂ 3 कॉइन्स वाले या कुछ है जो प्रोबेबिलिटी ਦਾ ਸਮ 1 ਹੋਏ, प्रोबेबिलिटी प्लस प्रोबेबिलिटी ऑफ नॉट हैपनिंग, ਉਹ ਕੁਝ ਜੋ ਅਸੀਂ ਕੇसेस ਨੇ ਅਸੀਂ ਕੱਲ ਡਿਸਕਸ ਕਰਾਂਗੇ। ਅੱਜ ਦਾ ਸਾਡਾ ਲਾਸਟ ਕੁਐਸਚਨ ਹੈ ਦੋ ਸਿੱਕਿਆਂ ਨੂੰ ਟਾਸ ਕੀਤਾ ਗਿਆ, ਦੋ ਸਿੱਕਿਆਂ ਨੂੰ ਸੁੱਟਿਆ ਗਿਆ मतलब ਦੋ ਕॉइन्स ਨੂੰ ਉਛਾਲਿਆ ਗਿਆ। उछालिया मतलब टॉस। संभावना पता करो। किसकी संभावना पता करनी है? पहली है कि दो टेल्स मिलन, दो की मिलन टेल्स मिलन। दूसरी है दो हेड्स मिलन। तीसरा है घटो घट एक हेड मिले, घटो घट एक हेड मिले। जहां से इसमें इंग्लिश लिखांगे एट लीस्ट
वन हेड, ਅਸੀਂ ਇਸ ਨੂੰ ਲਿਖਾਂਗੇ ਐਟ ਲੀਸਟ वन हेड। चौथा है वध तो वध एक टेल, एट मोस्ट वन टेल्स। देख लो स्टूडेंट्स क्वेश्चन रेडी है, आप वन बाय वन सारे पार्ट्स ਨੂੰ सॉल्व करांगे। सब तो पहला ਅਸੀਂ ਇਸ ਦਾ ਸੈਂਪਲ ਸਪੇਸ ਡਿਸਕਸ ਕਰਾਂਗੇ ਕੀ ਹੈ। दो कॉइन्स ਨੂੰ ਉਛਾਲਿਆ, ਆ ਰਿਹਾ ਸਾਡਾ ਸੈਂਪਲ ਸਪੇਸ। ਜਦੋਂ ਅਸੀਂ ਦੋ ਕॉइन्स ਨੂੰ ਟੌਸ ਕਰਦੇ ਹਾਂ ਤਾਂ ਉਸ ਦਾ ਸਾਡੇ ਕੋਲ ਸੈਂਪਲ ਸਪੇਸ ਕਿਵੇਂ ਬਣਾਉਣਾ ਹੈ। ਹੋ ਸਕਦਾ ਹੈ ਪਹਿਲੇ ਕॉइन ਤੇ ਹੈਡ ਆਏ, ਦੂਜੇ ਤੇ ਵੀ ਹੈਡ ਆਏ, ਠੀਕ ਹੈ। ਹੋ ਸਕਦਾ ਹੈ ਪਹਿਲੇ ਤੇ ਹੈਡ ਹੀ ਆਏ ਪਰ ਦੂਜੇ ਤੇ ਟੇਲ ਆਏ, ਠੀਕ ਹੈ। ਹੋ ਸਕਦਾ ਹੈ ਪਹਿਲੇ ਤੇ ਟੇਲ ਆਏ, ਦੂਜੇ ਤੇ ਹੈਡ ਆਏ, ਤੇ ਹੋ ਸਕਦਾ ਹੈ ਪਹਿਲੇ ਤੇ ਦੂਜੇ ਦੋਨਾਂ ਤੇ ਹੀ ਟੇਲ ਆਏ। ठीक है स्टूडेंट्स, क्लियर है। ये जो है साडा इसदा सैंपल स्पेस है दो सिक्कियां ਨੂੰ ਉਛਾਲਣ ਦਾ, जो कि ਅਸੀਂ ਵੀ ਲਿਖ ਲਿਆ ਹੈ। ਹੁਣ ਐਸੇ ਟੋਟਲ ਕੇਸ 4 ਨੇ ਸਾਡੇ ਸਾਹਮਣੇ, ਹਨ ਦੋ ਟੋਟਲ ਐਲੀਮੈਂਟਸ ਨੇ। ਇਹਨਾਂ ਦੇ ਬੇਸਡ ਅਸੀਂ ਕੁਐਸਚਨਸ ਨੂੰ ਸੋਲਵ ਕਰਨਾ ਹੈ। ਪਹਿਲਾ ਕੁਐਸਚਨ ਕੀ ਹੈ, ਦੋ ਸਿੱਕਿਆਂ ਨੂੰ ਉਛਾਲੀਏ ਤਾਂ ਦੋ ਟੇਲ ਪ੍ਰਾਪਤ ਹੋਣ ਦੀ ਸੰਭਾਵਨਾ ਦੱਸੋ ਵੀ ਦੋਵੇਂ ਟੇਲ ਹੋਣ। ਪ੍ਰੋਬੇਬਿਲਿਟੀ ਟੂ ਟੇਲਸ। ਕਿੰਨੇ ਕੇਸ ਨੇ ਜਿੰਦੇ ਵਿੱਚ ਦੋਵੇਂ ਟੇਲ ਮਿਲ ਰਹੇ ਹਨ। ਇਹਦੇ ਵਿੱਚ ਦੋਵੇਂ ਹੈਡ ਨੇ, ਇਹਦੇ ਵਿੱਚ ਇੱਕ ਟੇਲ ਹੈ, ਇਹਦੇ ਵਿੱਚ ਵੀ ਇੱਕ ਟੇਲ ਹੈ, ਇਹਦੇ ਚ ਦੋ ਟੇਲ ਨੇ। मतलब एक केस है जिंदे च दोनों टेल ने, टोटल केस 4 ने। तो देखो प्रोबेबिलिटी दो टेल्स दी 1/4 है। सेकंड क्वेश्चन है प्रोबेबिलिटी निकालनी है दोनों हेड मिलन, दोनों हेड मिलन। प्रोबेबिलिटी ऑफ टू हेड्स की होएगी। किन्ने केस ने जिंदे विच दोवें वारी हेड आया है, एंदे च दोवें वारी हेड आया, ये ठीक है, ये फेवरेबल है। एंदे एक हेड है, ये नहीं है। एंदे च भी एक हेड है, एंदे च 0 हेड है। सानू यही केस फेवरेबल है, तो असि एक केस फेवरेबल है, टोटल 4 केस ने, इसकी प्रोबेबिलिटी भी 1/4 होएगी। ठीक है स्टूडेंट्स, दो क्वेश्चन हो गए। दो नेक्स्ट क्वेश्चन इंपॉर्टेंट ने, समझन वाले ने वो ध्यान नाल करांगे। ठीक है, देखो नेक्स्ट क्वेश्चन है एट लीस्ट वन हेड, एट लीस्ट वन हेड। ठीक है, घट्टो घट एक हेड जरूर आए। ਅਸੀਂ ਇਸ ਤਰ੍ਹਾਂ ਨਾਲ ਕਿਸੇ ਇਸ ਨੂੰ ਇਵੈਂਟ ਦਾ ਨਾਮ ਵੀ ਦੇ ਸਕਦੇ ਹਾਂ। ਇਸ ਨੂੰ ਅਸੀਂ ਘਟਨਾ, ਇਹ ਇੱਕ ਘਟਨਾ ਹੈ ਨਾ ਵੀ ਘੱਟੋ ਘੱਟ ਇੱਕ ਹੈਡ ਮਿਲੇ, ਅਸੀਂ ਇਸ ਨੂੰ ਈ ਨਾਲ ਲਿਖ ਸਕਦੇ ਹਾਂ, ਈ ਨਾਲ। ਤਾਂ ਅਸੀਂ ਮਤਲਬ ਜੇ ਅਸੀਂ ਇਸ ਨੂੰ ਉੱਪਰ ਇਸ ਤਰ੍ਹਾਂ ਲਿਖ ਦਈਏ ਦੋ ਡਾਟਸ ਪਾ ਕੇ ਈ, ਤਾਂ ਅਸੀਂ ਨੀਚੇ ਲਿਖਾਂਗੇ ਪ੍ਰੋਬੇਬਿਲਿਟੀ ਆਫ ਈ। ਈ ਦਾ ਕੀ ਮਤਲਬ ਹੈ, ਐਟ ਲੀਸਟ ਵਨ ਹੈਡ, ਘੱਟੋ ਘੱਟ ਇੱਕ ਹੈਡ ਮਿਲੇ। ਹੁਣ ਘੱਟੋ ਘੱਟ ਇੱਕ ਹੈਡ ਦਾ ਕੀ ਮਤਲਬ ਹੈ ਕਿ ਜੋ ਸਾਨੂੰ ਆਊਟਕਮ ਮਿਲਦੀ ਹੈ, ਜੋ ਸਾਡੇ ਕੋਲ ਆ ਇੱਥੇ ਜੋ ਰਿਜ਼ਲਟਸ ਆਏ ਨੇ ਉਹਦੇ ਵਿੱਚ ਇੱਕ ਹੈਡ ਜ਼ਰੂਰ ਹੋਏ। ਜ਼ਿਆਦਾ ਤੋਂ ਜ਼ਿਆਦਾ ਜਿੰਨੇ ਮਰਜ਼ੀ ਹੋਣ, ਘੱਟੋ ਘੱਟ ਇੱਕ ਹੈਡ ਜ਼ਰੂਰ ਹੋਏ। ਉਹ ਕੇਸ ਦੇਖੋ ਕਿਹੜੇ ਬਣਨਗੇ। ਇੱਕ ਹੈਡ ਜ਼ਰੂਰ ਹੋਏ, ਜ਼ਿਆਦਾ ਤੋਂ ਜ਼ਿਆਦਾ ਜਿੰਨੇ ਮਰਜ਼ੀ। ਇਹਦੇ ਵਿੱਚ ਦੋ ਹੈਡ ਨੇ ਤਾਂ ਇਹ ਠੀਕ ਹੈ, ਇਹਦੇ ਇੱਕ ਹੈਡ ਹੈ ਇਹ ਵੀ ਠੀਕ ਹੈ, ਇਹਦੇ ਵਿੱਚ ਇੱਕ ਹੈਡ ਹੈ ਇਹ ਵੀ ਠੀਕ ਹੈ, ਇਹਦੇ ਵਿੱਚ 0 ਹੈਡ ਨੇ ਤਾਂ ਇਹ ਗਲਤ ਹੋ ਜਾਏਗਾ। ਸਾਡੇ ਫੇਵਰੇਬਲ ਕੇसेस 3 ਬਣ ਰਹੇ ਨੇ, ਤਾਂ ਸਾਡਾ ਆਨਸਰ ਆਏਗਾ 3/4। ਠੀਕ ਹੈ स्टूडेंट्स, घट्टो घट एक हेड का मतलब है जो आउटकम मिले उहदे एक हेड जरूर होए, ज्यादा तो ज्यादा जितने मर्जी हो जाए। फोर्थ केस है एट मोस्ट वन टेल, ज्यादा तो ज्यादा एक टेल, इसमें ਅਸੀਂ f ਦਾ ਨਾਮ ਦੇ ਦਿੰਦੇ ਆ, प्रोबेबिलिटी ऑफ f। ਹੁਣ ਜ਼ਿਆਦਾ ਤੋਂ ਜ਼ਿਆਦਾ ਇੱਕ ਟੇਲ ਹੋਏ, ਜ਼ਿਆਦਾ ਤੋਂ ਜ਼ਿਆਦਾ ਇੱਕ ਟੇਲ ਦਾ ਕੀ ਮਤਲਬ ਹੈ ਕਿ ਅੱਜ ਇਸ ਤਰ੍ਹਾਂ ਦੋਨੋਂ ਹੈਡ ਨੇ, ਇੱਕ ਹੈਡ ਇੱਕ ਟੇਲ, ਇੱਕ ਟੇਲ ਇੱਕ ਹੈਡ ਜਾਂ ਦੋਨੋਂ ਟੇਲ। ਹੁਣ ਜ਼ਿਆਦਾ ਤੋਂ ਜ਼ਿਆਦਾ ਇੱਕ ਟੇਲ मतलब ਦੋ ਟੇਲ ਨਹੀਂ ਹੋਣੇ ਚਾਹੀਦੇ, ਇੱਕ ਟੇਲ ਹੋ ਸਕਦਾ ਹੈ ਜਾਂ 0 ਟੇਲ ਹੋ ਸਕਦੇ ਨੇ। जो कंडीशन है वो ज्यादा ते लगी है, घट ते नहीं लगी। सानू चाहिए ज्यादा तो ज्यादा एक टेल होए, घट तो घट भावे ना होए, दो नहीं होने चाहिए। तो ਅਸੀਂ ਉਹ ਕੇਸ ਦੇਖਨੇ ਆ ਜਿੰਦੇ ਚ ਜਾਂ ਇੱਕ ਟੇਲ ਹੈ ਜਾਂ 0 ਟੇਲ ਨੇ। ਇਹਦੇ ਚ 0 ਟੇਲ ਨੇ, ਇਹਦੇ ਚ ਇੱਕ ਟੇਲ ਹੈ, ਇਹਦੇ ਚ ਇੱਕ ਟੇਲ ਹੈ, ਇਹਦੇ ਚ ਦੋ ਟੇਲ ਨੇ, ਦੋ ਨਹੀਂ ਚਾਹੀਦੇ, ਸਾਨੂੰ ਇੱਕ ਟੇਲ ਚਾਹੀਦਾ ਹੈ।
ਜਾਂ ਜ਼ੀਰੋ ਟੇਲ ਚਾਹੀਦੇ ਨੇ ਤਾਂ ਸਾਡਾ ਇਸ ਦਾ ਆਨਸਰ ਬਣੇਗਾ 3/4। ਸਟੂਡੈਂਟਸ ਕਲੀਅਰ ਹੈ? ਅੱਜ ਦਾ ਟੌਪਿਕ NIC ਪ੍ਰੋਬੇਬਿਲਿਟੀ ਦਾ ਜੋ ETT ਕੈਡਰ ਦੇ ਪਾਰਟ 2 ਪੇਪਰ 2 ਦੇ ਲਈ ਇੰਪੋਰਟੈਂਟ ਹੈ। ਸਾਡਾ ਦੂਸਰਾ ਡੇ ਸੀ। ਇਸ ਤੇ ਅਸੀਂ 2 ਲੈਕਚਰ ਹੋਰ ਲੈ ਕੇ ਆਵਾਂਗੇ ਜੋ ਕਿ ਤੁਹਾਨੂੰ ਪੂਰਾ ਜੋ ਪ੍ਰੋਬੇਬਿਲਿਟੀ ਚੈਪਟਰ ਹੈ ਉਹ ਕਲੀਅਰ ਕਰ ਦੇਣਗੇ। ਕੱਲ ਅਸੀਂ 3 ਕੁਆਇਨਸ ਨੂੰ ਟੌਸ ਕਰਾਂਗੇ ਤਾਂ ਕੀ ਆਊਟਕਮ ਮਿਲੇਗੀ ਉਹ ਡਿਸਕਸ ਕਰਾਂਗੇ। 2 ਡਾਈਸ ਦੇ ਕੁਝ ਹੋਰ ਕੁਐਸਚਨ ਜਾਂ ਕੁਝ ਬਾਲਸ ਵਾਲੇ ਕੁਐਸਚਨਸ ਤੇ ਕੁਝ ਤਾਸ਼ ਦੀਆਂ ਗੁੱਟੀਆਂ ਵਾਲੇ ਕੁਐਸਚਨ ਜੋ ਕਿ ਇੰਪੋਰਟੈਂਟ ਨੇ, ਐਗਜ਼ਾਮ 'ਚ ਅਕਸਰ ਮਿਲ ਜਾਂਦੇ ਨੇ, ਉਹ ਵਾਲੇ ਡਿਸਕਸ ਕਰਾਂਗੇ। ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ। ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਵੀ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਥੈਂਕ ਯੂ।